ਮਲੇਰਕੋਟਲਾ ਦੇ ਪਿੰਡ ਜੇਤੋਵਾਲ ਦੇ ਵਿੱਚ ਇਹ ਮਿਸਾਲ ਕਾਇਮ ਕੀਤੀ ਗਈ ਹੈ। ਹਾਲਾਂਕਿ ਸਿੱਖਾਂ ਤੇ ਮੁਸਲਮਾਨਾਂ ਦਾ ਰਿਸ਼ਤਾ ਕੋਈ ਅੱਜ ਦਾ ਨਹੀਂ ਹੈ। ਇਹ ਆਪਸੀ ਸਾਂਝ ਗੁਰੂਆਂ ਪੀਰਾਂ ਤੋਂ ਜਿਹੜੀ ਲਗਾਤਾਰ ਦੇਖਣ ਨੂੰ ਮਿਲਦੀ ਰਹੀ ਹੈ। ਜਦੋਂ ਗੁਰੂ ਸਾਹਿਬ ਸਨ ਉਸ ਵੇਲੇ ਵੀ ਸਿੱਖ ਮੁਸਲਿਮ ਏਕਤਾ ਦੀ ਮਿਸਾਲ ਦੇਖਣ ਨੂੰ ਮਿਲਦੀ ਸੀ ਤੇ ਅੱਜ ਇਹੋ ਜਿਹੀ ਮਿਸਾਲ ਹੀ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲੀ ਹੈ ਮਲੇਰਕੋਟਲਾ ਦੇ ਪਿੰਡ ਜੇਤੋਵਾਲ ਦੇ ਵਿੱਚ, ਜਿੱਥੇ ਕਿ ਮੁਸਲਿਮ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਲਈ ਦੂਜੇ ਪਿੰਡ ਦੇ ਵਿੱਚ ਜਾਣਾ ਪੈਂਦਾ ਸੀ ਤੇ ਇਸੇ ਪਿੰਡ ਦੇ ਇੱਕ ਪਰਿਵਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਮੁਸਲਮਾਨਾਂ ਨੂੰ ਜ਼ਮੀਨ ਦੇਣਗੇ ਤਾਂ ਜੋ ਕਿ ਪਿੰਡ ਦੇ ਵਿੱਚ ਮਸਜਿਦ ਬਣ ਸਕੇ ਤੇ ਉਹ ਨਮਾਜ਼ ਅਦਾ ਕਰ ਸਕਣ। ਇਸ ਪੂਰੇ ਫੈਸਲੇ ਤੋਂ ਬਾਅਦ ਸਿੱਖ ਪਰਿਵਾਰ ਦੇ ਇਸ ਫੈਸਲੇ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਉਹ ਦਿਲੋਂ ਧੰਨਵਾਦ ਕਰਦੇ ਹੋਏ ਦਿਖਾਈ ਦੇ ਰਹੇ ਨੇ ਇਸ ਪਰਿਵਾਰ ਦਾ। ਉਹਨਾਂ ਇਹ ਵੀ ਕਿਹਾ ਹੈ ਕਿ ਲੰਮੇ ਸਮੇਂ ਤੋਂ ਉਹਨਾਂ ਦਾ ਆਪਸ ਦੇ ਵਿੱਚ ਰਿਸ਼ਤਾ ਹੈ। ਉਹਨਾਂ ਦੇ ਦਾਦੇ ਪੜਦਾਦੇ ਵੀ ਇਸ ਪਰਿਵਾਰ ਦੇ ਨਾਲ ਮਿਲਦੇ ਰਹੇ ਨੇ ਤੇ ਅੱਜ ਇਸ ਪਰਿਵਾਰ ਦੇ ਵੱਲੋਂ ਬੇਹੱਦ ਚੰਗਾ ਫੈਸਲਾ ਲਿਆ ਗਿਆ ਹੈ। ਤਾਂ ਇਸ ਜ਼ਮੀਨ ਨੂੰ ਦਾਨ ਕਰਨ ਵਾਲੇ ਜਗਮੇਲ ਸਿੰਘ ਨੇ ਕਿਹਾ ਕਿ ਉਹ ਲਗਭਗ ਪਿਛਲੇ 1 ਸਾਲ ਤੋਂ ਸੋਚ ਰਹੇ ਸਨ, ਕਿਉਂਕਿ ਮੁਸਲਿਮ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਲਈ ਦੂਜੀਆਂ ਥਾਵਾਂ ਤੇ ਜਾਣਾ ਪੈਂਦਾ ਸੀ ਤੇ ਇਸ ਲਈ ਉਹਨਾਂ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤੇ ਪਰਿਵਾਰ ਨੇ ਮਿਲ ਕੇ ਇਹ ਫੈਸਲਾ ਲਿਆ ਹੈ ਕਿ ਮੁਸਲਿਮ ਭਾਈਚਾਰੇ ਨੂੰ ਇਹ ਜ਼ਮੀਨ ਦਿੱਤੀ ਜਾਵੇਗੀ ਤਾਂ ਜੋ ਕਿ ਉਹ ਵੀ ਆਪਣੇ ਪਿੰਡ ਦੇ ਵਿੱਚ ਹੀ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਅਦਾ ਕਰ ਸਕਣ। ਮੇਰਾ ਨਾਮ ਜਗਮੇਲ ਸਿੰਘ ਗਿੱਲ ਹੈ ਜੀ ਤੇ ਜਗ੍ਹਾ ਸੀ ਜਿਹੜੀ ਸਾਡੇ ਪਰਿਵਾਰ ਦੀ ਤਕਰੀਬਨ 100 ਸਾਲ ਤੋਂ ਵੀਰਾਨ ਹੀ ਪਈ ਸੀ, ਕਿਉਂਕਿ ਹੌਲੀ ਹੌਲੀ ਜਿਵੇਂ ਪਰਿਵਾਰ 'ਚ ਵਾਧਾ ਹੋਇਆ ਗਿਆ, ਅੱਗੇ ਘਰ ਮਕਾਨ ਬਣਾ ਲਏ, ਉਸ ਤੋਂ ਬਾਅਦ ਬਾਹਰ ਜਾ ਕੇ ਅਸੀਂ ਕੋਠੀਆਂ ਬਣਾ ਲਈਆਂ ਤੇ ਇਹ ਪਿੱਛੇ ਜੇ ਇੱਥੋਂ ਮੁਸਲਿਮ ਭਾਈਚਾਰੇ ਨੇ ਐਫਰਟ ਕਰਿਆ ਕੋਈ ਜਗ੍ਹਾ ਖਰੀਦਣ ਦਾ ਤੇ ਉੱਥੇ ਕੁਝ ਬੰਦਿਆਂ ਨੇ ਕਿਹਾ ਵੀ ਨਹੀਂ ਜੀ, ਮਾਈਕ ਤੇ ਜਿਵੇਂ ਗੁਰਦੁਆਰਾ ਸਾਹਿਬ ਨੇੜੇ ਮੰਦਿਰ ਤੋਂ ਝਿਜਕਦੇ ਨੇ ਵੀ ਰੌਲਾ ਪਊਗਾ। ਤਾਂ ਮੇਰੇ ਮਨ 'ਚ ਖਿਆਲ ਆਇਆ ਤੇ ਮੈਂ ਆਪਣੇ ਫਾਦਰ ਚਾਚੇ ਤਾਇਆਂ ਨਾਲ ਸ਼ੇਅਰ ਕਰੀ ਵੀ ਜਿਹੜੀ ਆਪਣੀ ਜਗ੍ਹਾ ਪਈ ਹੈ ਇਹ ਬਿਲਕੁਲ ਪਿੰਡ ਦੇ ਸੈਂਟਰ 'ਚ ਪਈ ਆ। ਪਹਿਲਾਂ ਵੀ ਤਕਰੀਬਨ ਮੇਰੀ 40 ਸਾਲ ਉਮਰ ਹੋ ਗਈ ਤੇ ਇੱਕ ਮੇਰਾ ਦੋਸਤ ਹੁੰਦਾ ਸੀ ਕੇਸਰ ਖਾਂ, 30 ਸਾਲ ਤੋਂ ਮੈਂ ਸੋਚਦਾ ਆਇਆ ਜਿੰਨੇ ਵੀ ਮੁਸਲਿਮ ਭਾਈਚਾਰੇ ਦੇ ਲੋਕ ਨੇ ਸਾਡੇ ਪਿੰਡ ਦੇ, ਉਹ ਚਾਹੁੰਦੇ ਸੀ ਕਿ ਸਾਨੂੰ ਇਬਾਦਤ ਕਰਨ ਨੂੰ ਮਸਜਿਦ ਇੱਥੇ ਹੋਵੇ, ਕਿਉਂਕਿ ਉਹਨਾਂ ਨੂੰ ਗੁਆਂਢੀ ਪਿੰਡ ਰੋਡੀਵਾਲ ਜਾਂ ਬੇਗੋਵਾਲ ਜਾਣਾ ਪੈਂਦਾ ਸੀ। ਤਾਂ ਮੈਂ ਜਦੋਂ ਆਪਣੇ ਪਰਿਵਾਰ ਨਾਲ ਇਹ ਗੱਲ ਸਾਂਝੀ ਕਰੀ ਤਕਰੀਬਨ 1 ਸਾਲ ਪਹਿਲਾਂ, ਤਾਂ ਸਾਰਾ ਮੇਰਾ ਪਰਿਵਾਰ ਬੜਾ ਖੁਸ਼ ਹੋਇਆ। ਚਾਚੇ ਤਾਏ ਕਹਿੰਦੇ ਵੀ ਬਹੁਤ ਵਧੀਆ ਸੋਚ ਹੈ, ਕਿਸੇ ਦੇ ਦਿਮਾਗ 'ਚ ਖਿਆਲ ਨਹੀਂ ਆ ਵੀ ਆਪਾਂ ਇਹ ਜਗ੍ਹਾ ਵੀ ਸਪੁਰਦਾਰੀ ਕਰੀਏ ਸਮੁੱਚੇ ਮੁਸਲਿਮ ਭਾਈਚਾਰੇ ਦੇ। ਪਰ ਉਸ ਤੋਂ ਬਾਅਦ ਹਾਲਾਤ ਐਸੇ ਬਣੇ ਵੀ ਲੋਕਡਾਊਨ ਕਰਕੇ ਸਾਡੀ ਮਨਸ਼ਾ ਸੀ ਕਿ ਇੱਕ ਪ੍ਰੋਗਰਾਮ ਕਰੀਏ, ਤਕਰੀਬਨ 500-700 ਬੰਦੇ ਦੀ 1000 ਬੰਦੇ ਦੀ ਗੈਦਰਿੰਗ ਕਰੀਏ, ਤਾਂ ਕਿਉਂਕਿ ਜਿਹੜੇ ਸਾਡੇ ਪਿੰਡ ਰਹਿਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕ ਨੇ ਉਹ ਕੋਈ ਜ਼ਿਆਦਾ ਕਾਰੋਬਾਰੀ ਵੱਡੇ ਪੱਧਰ ਦੇ ਨਹੀਂ, ਇੱਕ ਬੰਦਾ ਗੌਰਮੈਂਟ ਜੋਬ ਕਰਦਾ ਅਤੇ ਬਾਕੀ ਤਕਰੀਬਨ 10 ਨੌਹਾਂ ਦੀ ਕਿਰਤ ਕਰਕੇ 2 ਵਕਤ ਦੀ ਰੋਟੀ ਦੇ ਮੁਹਤਾਜ ਨੇ ਅਤੇ ਸਾਨੂੰ ਐਂ ਸੀ ਇੱਕ ਚੰਦਾ ਇਕੱਠਾ ਹੋ ਜਾਏ। ਪਰ ਫਿਰ ਹਾਲਾਤ ਐਸੇ ਬਣੇ ਕਿ ਕਰੋਨਾ ਕਰਕੇ ਸਰਕਾਰ ਨੇ ਲੋਕਡਾਊਨ ਪਰਮਿਸ਼ਨ ਨਹੀਂ ਮਿਲ ਰਹੀ ਇਕੱਠ ਕਰਨ ਦੀ, ਅਤੇ ਫਿਰ ਮੇਰੇ ਫੈਮਿਲੀ ਦੇ ਮੈਂਬਰ ਕਹਿੰਦੇ ਇੱਕ ਵਾਰ ਆਪਾਂ ਸਪੁਰਦਾਰੀ ਕਰੀਏ ਵੀ ਉਹ ਆਪਣੀ ਕਮੇਟੀ ਵਗੈਰਾ ਬਣਾ ਲੈਣਗੇ, ਉਸ ਤੋਂ ਬਾਅਦ ਜਿਵੇਂ ਵੀ ਹਾਲਾਤ ਠੀਕ ਹੋਏ ਤਾਂ ਅਸੀਂ ਇੱਕ ਪ੍ਰੋਗਰਾਮ ਰੱਖਾਂਗੇ ਤਕਰੀਬਨ, ਕਿਉਂਕਿ ਬਹੁਤ ਸਾਰੇ ਮੇਰੇ ਦੋਸਤ ਮਲੇਰਕੋਟਲੇ ਤੋਂ ਫੋਨ ਕਰਦੇ ਕਿ ਸਾਨੂੰ ਬੁਲਾਇਆ ਨਹੀਂ। ਅਸੀਂ ਤਾਂ ਜਸਟ ਇੱਕ 20-25 ਬੰਦੇ ਇਕੱਠੇ ਕਰਕੇ ਇੱਕ ਜਗ੍ਹਾ ਮੁਸਲਿਮ ਭਾਈਚਾਰੇ ਨੂੰ ਸਪੁਰਦਾਰੀ ਕਰਨੀ, ਫਿਰ ਵੀ 200 ਦੇ ਕਰੀਬ ਬੰਦੇ ਇਕੱਠੇ ਹੋ ਗਏ। ਅਤੇ ਬਾਕੀ ਰਹੀ ਗੱਲ, ਮੇਰਾ ਇੱਕ ਦੋਸਤ ਆ ਮੁਜ਼ੰਮਲ ਅਲੀ ਖਾਨ ਸ਼ੇਰਵਾਨੀ, ਮੇਰੀ ਫੈਮਿਲੀ 'ਚ 10-12 ਸਾਲ ਤੋਂ ਆਉਂਦਾ ਜਾਂਦਾ, ਅਤੇ ਉਸਨੇ ਮੈਨੂੰ ਕਿਹਾ ਵੀ ਤੇਰੇ ਪਰਿਵਾਰ ਦੇ ਮੈਂਬਰ ਮੈਂ ਇੰਨੇ ਖੁਸ਼ ਕਦੇ ਨਹੀਂ ਦੇਖੇ, ਕਿਉਂਕਿ ਖੁਸ਼ੀ ਦਾ ਕਾਰਨ ਇਹ ਹੈ ਕਿ ਆਪਾਂ ਪਰਮਾਤਮਾ ਨੇ ਆਪਾਂ ਨੂੰ ਮਾਣ ਬਖਸ਼ਿਆ, ਇੰਨੇ ਕਾਬਲ ਆਪਾਂ ਨੂੰ ਬਣਾਇਆ ਕਿ ਉਹਦੇ ਘਰ ਲਈ ਆਪਾਂ ਕੁਛ ਨਾ ਕੁਛ ਕਰ ਸਕੀਏ। ਉਹਨੇ ਬਹੁਤ ਵੱਡਾ ਅਹਿਸਾਨ ਕਰਿਆ ਜੀ ਸਾਡੇ ਪਰਿਵਾਰ 'ਤੇ, ਇਹ ਸਾਡੇ ਇੱਕ ਬਹੁਤ ਸਾਨੂੰ ਖੁਸ਼ੀ ਮਹਿਸੂਸ ਹੋਈ। ਉੱਥੇ ਦੂਜੇ ਪਾਸੇ ਜਗਮੇਲ ਸਿੰਘ ਦੇ ਇਸ ਫੈਸਲੇ ਤੋਂ ਬਾਅਦ, ਉਹਨਾਂ ਦੇ ਪਰਿਵਾਰ ਦੇ ਇਸ ਫੈਸਲੇ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਉਹਨਾਂ ਜਿੱਥੇ ਜਗਮੇਲ ਸਿੰਘ ਦੇ ਪਰਿਵਾਰ ਦਾ ਧੰਨਵਾਦ ਕੀਤਾ, ਉੱਥੇ ਇਹ ਵੀ ਕਿਹਾ ਕਿ ਇਸ ਪਰਿਵਾਰ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੀ ਸਾਂਝ ਹੈ, ਦਾਦੇ ਪੜਦਾਦੇ ਇਸ ਪਰਿਵਾਰ ਦੇ ਨਾਲ ਮਿਲਦੇ ਰਹੇ ਸਨ ਤੇ ਹੁਣ ਉਹ ਆਪਸ ਦੇ ਵਿੱਚ ਵੀ ਚੰਗੇ ਰਿਸ਼ਤੇ ਵਜੋਂ ਨਿਭ ਰਹੇ ਨੇ ਤੇ ਹੁਣ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਮੁਸਲਿਮ ਭਾਈਚਾਰੇ ਨੂੰ ਜ਼ਮੀਨ ਦਿੱਤੀ ਗਈ ਹੈ, ਜਿਸ ਤੇ ਉਹਨਾਂ ਧੰਨਵਾਦ ਵੀ ਕੀਤਾ ਤੇ ਨਾਲ ਦੀ ਨਾਲ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਮੈਂ ਜੀ ਆਪਣੇ ਜਗਮੇਲ ਸਿੰਘ ਦੇ ਪਰਿਵਾਰ ਦਾ ਬਹੁਤ ਦਿਲੋਂ ਧੰਨਵਾਦ ਕਰਦਾ। ਬਾਕੀ ਸਾਡਾ ਮੁਸਲਿਮ ਭਾਈਚਾਰਾ ਸਾਰਾ ਦਿਲੋਂ ਬਹੁਤ ਧੰਨਵਾਦੀ ਆ, ਕਿਉਂਕਿ ਇਹ ਪਰਿਵਾਰ ਨਾਲ ਸਾਡੇ ਰਿਲੇਸ਼ਨ ਬਹੁਤ ਪੁਰਾਣੇ ਸਮਿਆਂ ਤੋਂ ਹੀ ਨੇ ਜੀ। ਮੇਰਾ ਬੇਟਾ ਸੀਗਾ ਉਹ ਐਕਸਪਾਇਰ ਹੋ ਗਿਆ, ਉਹ ਜਗਮੇਲ ਸਿੰਘ ਦਾ ਕਲਾਸ ਫੈਲੋ ਸੀਗਾ, ਇਹਦਾ ਜਗਮੇਲ ਸਿੰਘ ਦਾ ਚਾਚਾ ਸੀ, ਉਹ ਮੇਰਾ ਕਲਾਸ ਫੈਲੋ ਸੀ। ਇਸ ਤਰ੍ਹਾਂ ਸਾਡੀ ਜਾਣੀ ਦੀ ਬਹੁਤ ਪਰਿਵਾਰਕ ਸਾਂਝ ਹੈ ਇਹਨਾਂ ਨਾਲ, ਇਹ ਪਰਿਵਾਰ ਨਾਲ, ਉਹਦੇ ਕਰਕੇ ਇਹਨਾਂ ਨੇ ਸਾਡਾ ਜਾਣੀ ਦੀ ਇੱਥੇ ਇਹ ਸਾਨੂੰ ਐਂ ਜੀ ਹੋ ਗਏ ਹੋਣਗੇ 15-18 ਸਾਲ ਹੋ ਗਏ, ਕਿਉਂਕਿ ਜੋ ਵੀ ਬਾਹਰੋਂ ਜਮਾਤ ਆਉਂਦੀ ਸੀ ਮੇਰੇ ਘਰ ਇੱਕ ਮੈਂ ਕਮਰਾ ਸਪੈਸ਼ਲ ਜਮਾਤ ਵਾਸਤੇ ਹੀ ਬਣਾ ਕੇ ਰੱਖਿਆ ਸੀਗਾ ਜੀ। ਉਹ ਆ ਕੇ ਜੀ ਮੇਰੇ ਘਰ ਹੀ ਜਮਾਤ ਨਮਾਜ਼ ਅਦਾ ਕਰਦੇ ਸੀ, ਮਗਰਬ ਦੀ ਅਤੇ ਇਸ਼ਾ ਦੀ। ਨਹੀਂ ਜੀ, ਉਹ ਆਪਣੀ ਫੰਡ ਮੈਂ ਅੱਜ ਮਲੇਰਕੋਟਲੇ ਗਿਆ ਸੀਗਾ ਜੀ, ਮਲੇਰਕੋਟਲੇ 1-2 ਬੰਦਿਆਂ ਨੂੰ ਮਿਲਿਆ ਜੀ, ਉਹ ਕਹਿੰਦੇ ਕੋਈ ਤੁਹਾਨੂੰ ਟੈਨਸ਼ਨ ਕਰਨ ਦੀ ਲੋੜ ਨਹੀਂ, ਕਹਿੰਦੇ ਆਪੀ ਅੱਲਾ ਨੇ
ਉਹ ਦੇ ਦੇਣੀ ਆ ਬਸ। ਤਾਂ ਮਲੇਰਕੋਟਲਾ ਦੇ ਪਿੰਡ ਜੈਤੋਵਾਲ ਦੇ ਵਿੱਚ ਇੱਕ ਵਾਰ ਫਿਰ ਤੋਂ ਸਿੱਖ ਮੁਸਲਿਮ ਭਾਈਚਾਰੇ ਦੀ ਮਿਸਾਲ ਦੇਖਣ ਨੂੰ ਮਿਲੀ ਹੈ। ਕਈ ਅਜਿਹੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਕਿ ਈਦ ਦੇ ਮੌਕੇ ਤੇ ਸਿੱਖ ਜੋ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਕਹਿੰਦੇ ਨੇ। ਜਦੋਂ ਕੋਈ ਗੁਰਪੁਰਬ ਹੁੰਦਾ ਹੈ, ਸਿੱਖਾਂ ਦੇ ਗੁਰਪੁਰਬ ਮਨਾਏ ਜਾਂਦੇ ਨੇ ਸਿੱਖ ਗੁਰੂਆਂ ਦੇ, ਤਾਂ ਇਸ ਵੇਲੇ ਮੁਸਲਿਮ ਭਾਈਚਾਰਾ ਵੀ ਸਿੱਖਾਂ ਦੇ ਨਾਲ ਇਹਨਾਂ ਨੂੰ ਮਨਾਉਣ ਦੇ ਲਈ ਪਹੁੰਚਦਾ। ਤਾਂ ਹੁਣ ਇਸੇ ਭਾਈਚਾਰੇ ਦੀ ਹੀ ਮਿਸਾਲ ਮਲੇਰਕੋਟਲਾ ਦੇ ਪਿੰਡ ਜੈਤੋਵਾਲ ਦੇ ਵਿੱਚ ਦੇਖਣ ਨੂੰ ਮਿਲੀ ਹੈ, ਕਿਉਂਕਿ ਮਲੇਰਕੋਟਲਾ ਅਜਿਹਾ ਜ਼ਿਲ੍ਹਾ ਹੈ ਪੰਜਾਬ ਦਾ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਭਾਈਚਾਰਾ ਰਹਿੰਦਾ ਹੈ ਤੇ ਇਸੇ ਦਾ ਹੀ ਪਿੰਡ ਸੀ ਜੈਤੋਵਾਲ, ਜਿੱਥੇ ਕਿ ਮੁਸਲਮਾਨਾਂ ਨੂੰ ਨਮਾਜ਼ ਅਦਾ ਕਰਨ ਦੇ ਲਈ ਕੋਈ ਜਗ੍ਹਾ ਨਹੀਂ ਸੀ, ਮਸਜਿਦ ਨਹੀਂ ਸੀ ਪਿੰਡ ਦੇ ਵਿੱਚ। ਤਾਂ ਜਗਮੇਲ ਸਿੰਘ ਦੇ ਵੱਲੋਂ, ਉਹਨਾਂ ਦੇ ਪਰਿਵਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ 600 ਵਿਗਾ ਜ਼ਮੀਨ ਦਿੱਤੀ ਗਈ ਹੈ ਮੁਸਲਿਮ ਭਾਈਚਾਰੇ ਨੂੰ ਤਾਂ ਜੋ ਕਿ ਉਹ ਵੀ ਮਸਜਿਦ ਬਣਾ ਸਕਣ ਤੇ ਆਪਣੇ ਪਿੰਡ ਦੇ ਵਿੱਚ ਹੀ ਨਮਾਜ਼ ਅਦਾ ਕਰ ਸਕਣ।